डंडौत बंदन अनिक बार, सर्ब कला समरथ। डोलन तेरा खौ प्रभु, नानक दे कर हथ। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगास। याही कुल ते प्रगट होए, ताही कुल को नाम। पुन द्वादश गुरिंद को मेरी है प्रणाम। परम सत्कारयोग सतगुरु जी दे पावन पवित्र दरबार विच बैठी हुई साध संगत जियो, अपनियां मन बिरतियां नूं एकागर करन दे लई, रसना नूं पवित्र करन लई एक वारी सारे ही रल के आखिए, धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे सी। इतिहास इथों तक पहुंचा है कि सतगुरु हरगोबिंद सच्चे पातशाह जी आप युद्ध लड़न दे वास्ते तैयार होए ने। कल इथों तक कथा पहुंची सी, अज इथों अगे मैं प्रारंभ करदा। इम कह गुर को बज्यो नगारा, सावधान पे सिख जुजारा। ग्रंथाकार भाई संतोख सिंह जी लिखते ने कि सतगुरु सच्चे पातशाह जी ने थोड़े जे बचन किते ते फिर नगारा खड़काया गया है। सारे दे सारे जुझारू सूरमे तैयार बर तैयार। दोए पहर लग माचो जंग, भये श्रमत लर तेरे संग। ग्रंथाकार भाई संतोख सिंह जी लिखते ने कि 2 पैरां तक लगातार जंग हुंदा रहा। लड़दियां लड़दियां बैरियां नूं मारदियां मारदियां सिख भी बहुत ज्यादा थक गए। श्री हर गोविंद चले अगारी, चैत करियो पुरुषार्थ भारी। सतगुरु हरगोबिंद सच्चे पातशाह जी सारियां तो अगे जा रहे ने, ਜਿਹੜੇ ਕਿ ਵੱਡੇ ਪਰਾਕਰਮ ਨੂੰ, ਵੱਡੇ ਪੁਰਸ਼ਾਰਥ ਨੂੰ ਕਰਨਾ ਚਾਹੁੰਦੇ। ਹਾਨਿਓ ਚਾਹੈ ਤਬ ਅਬਦੁਲ ਖਾਨ, ਦੋਹ ਦਿਸ਼ ਕੇ ਛੁੱਟ ਰਹੇ ਨਿਸ਼ਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਲੰਧਰ ਦੇ ਸੂਬੇ ਅਬਦੁਲ ਖਾਨ ਨੂੰ ਮਾਰਨਾ ਚਾਹੁੰਦੇ ਨੇ। ਦੋਵਾਂ ਪਾਸਿਆਂ ਦੇ ਜਿਹੜੇ ਨਿਸ਼ਾਨ ਨੇ, ਜਿਹੜੇ ਝੰਡੇ ਨੇ, ਉਹ ਝੂਲਦੇ ਨੇ। ਬਾਜਣ ਲਗੇ ਜੁਝਾਊ ਬਾਜੇ, ਪਾਇਓ ਨੇਰ ਪੁਨ ਯੋਧਾ ਗਾਜੇ। ਜੁਝਾਰੂ ਜਿਹੜੇ ਵਾਜੇ ਨੇ ਉਹ ਵੱਜਣੇ ਸ਼ੁਰੂ ਹੋਏ ਨੇ। ਇੱਕ ਦੂਸਰੇ ਦਾ ਨੇੜ ਕੀਤਾ ਹੈ ਵੱਡੇ ਯੋਧਿਆਂ ਨੇ, ਤੇ ਯੋਧੇ ਫਿਰੇ ਵੇਖ ਕੇ ਇੱਕ ਦੂਜੇ ਨੂੰ ਗੱਜੇ। ਛੁੱਟਣ ਲੱਗੀ ਤੋ ਫੰਗੈ ਫੇਰ, ਫੇਰਤ ਫੇਰ ਫੇਰ ਹੈ ਸ਼ੇਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਫਿਰ ਤੋਂ ਬਹੁਤੀਆਂ ਸਾਰੀਆਂ ਜਿਹੜੀਆਂ ਬੰਦੂਕਾਂ ਨੇ ਉਹ ਚੱਲਣ ਲੱਗੀਆਂ ਨੇ। ਘੋੜਿਆਂ ਨੂੰ ਛੇੜ ਕੇ ਫੇਰ ਫੇਰ ਕੇ ਕਦਾਉਂਦੇ ਨੇ ਸੂਰਮੇ। ਸਿਰ ਸਤ ਗੁਰ ਕਰ ਚਾਂਪ ਕਰਾਲਾ, ਚੁਟਕੀ ਫੇਰੈ ਬਾਣ ਬਿਸਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੇ ਵਿੱਚ ਭਿਆਨਕ ਧਨੁਸ਼ ਨੂੰ ਫੜਿਆ ਹੋਇਆ। ਇੱਕ ਚੁਟਕੀ ਦੇ ਵਿੱਚ ਸਤਿਗੁਰੂ ਜੀ ਨੇ ਤਿੱਖਾ ਤੀਰ ਵੱਡਾ ਫੜਿਆ ਤੇ ਉਹਨੂੰ ਇੱਧਰ ਉੱਧਰ ਘੁਮਾ ਰਹੇ ਨੇ। ਕੀਨ ਸਤੇਜ ਤੁਰੰਗਮ ਪਾਰਾ, ਇਤਿਉਤ ਸਨਮੁਖ ਬਲੀ ਉਦਾਰਾ। ਆਪਣੇ ਘੋੜੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇਜ ਕੀਤਾ ਹੈ, ਜਿਹੜਾ ਕਿ ਬੜਾ ਬਲੀ ਹੈ। ਉਹ ਸਾਹਮਣੇ ਪਾਸੇ ਜਾਂਦਾ ਹੈ ਔਰ ਇੱਧਰ ਉੱਧਰ ਵੀ ਸਤਿਗੁਰੂ ਜੀ ਉਸ ਨੂੰ ਤੋੜਦੇ ਨੇ।
देखत हैं शतरन दल बृंदं, जहां नवाब शशोक बिलंदं। सतगुरु हरगोबिंद सच्चे पातशाह जी ਵੈਰੀਆਂ ਦੀ ਫੌਜ ਨੂੰ ਦੇਖਦੇ ਨੇ, ਜਿੱਥੇ ਕਿ ਸੂਬਾ ਜਲੰਧਰ ਦਾ ਖਲੋਤਾ ਹੈ, ਜਿਹਦੇ ਮਨ ਦੇ ਵਿੱਚ ਬੜਾ ਸੋਗ ਹੈ। ਪ੍ਰੇਰੇ ਕਾਲ ਅਗਾਰੀ ਖਰੇ, ਸਤਿਗੁਰ ਤੀਰ ਪ੍ਰਹਾਰਨ ਕਰੇ। ਜਿਨ੍ਹਾਂ ਤੁਰਕਾਂ ਨੂੰ ਉਹਨਾਂ ਦੇ ਕਾਲ ਨੇ, ਉਹਨਾਂ ਦੀ ਮੌਤ ਨੇ ਪ੍ਰੇਰ ਦਿੱਤਾ ਹੈ, ਉਹ ਸਾਰੇ ਦੇ ਸਾਰੇ ਸਾਹਮਣੇ ਖਲੋਤੇ ਨੇ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਤਿੱਖੇ ਤੀਰਾਂ ਦਾ ਪ੍ਰਹਾਰ ਕਰਨਾ ਸ਼ੁਰੂ ਕੀਤਾ। ਤੀਛਣ ਪੀਛਣ ਈਛਣ ਹੇਰੇ, ਚਲੇ ਸਰਪ ਸਮਸ਼ੂਕ ਬਡੇਰੇ। ਬੜੇ ਤਿੱਖੇ ਤੇ ਭਿਆਨਕ ਤੀਰਾਂ ਦਾ ਸਤਿਗੁਰਾਂ ਨੇ ਵਾਰ ਕੀਤਾ ਹੈ, ਜਿਹੜੇ ਸਤਿਗੁਰਾਂ ਦੇ ਚਲਾਏ ਹੋਏ ਤੀਰ ਸੱਪਾਂ ਦੀ ਤਰ੍ਹਾਂ ਸ਼ੂਕਦੇ ਹੋਏ ਜਾਂਦੇ ਨੇ। ਸ਼ਤਰਨ ਕੇਸਰੀ ਮੇਂ ਅੰਬਰੈਂ, ਬਰਮੀ ਮੈਂ ਪ੍ਰਵੇਸ਼ ਜਿਮ ਕਰੈਂ। ਕਵੀ ਜੀ ਲਿਖਦੇ ਨੇ ਕਿ ਵੈਰੀਆਂ ਦੇ ਸਰੀਰ ਦੇ ਵਿੱਚ ਸਤਿਗੁਰਾਂ ਦੇ ਛੱਡੇ ਹੋਏ ਤੀਰ ਇਸ ਤਰੀਕੇ ਦੇ ਨਾਲ ਵੜਦੇ ਜਾਂਦੇ ਨੇ, ਧੱਸਦੇ ਜਾਂਦੇ ਨੇ, ਜਿਸ ਤਰ੍ਹਾਂ ਤੇਜ਼ ਰਫ਼ਤਾਰ ਦੇ ਨਾਲ ਵਰਮੀ ਦੇ ਵਿੱਚ ਸੱਪ ਵੜ ਜਾਂਦਾ। ਇੱਕ ਤਨ ਫੋਰ ਪਾਰ ਹੋਏ ਜਾਏ, ਪੁਣ ਦੂਸਰ ਕੇ ਪਾਰ ਸਿਧਾਏ। ਜਦੋਂ ਸਤਿਗੁਰੂ ਜੀ ਇੱਕ ਤੀਰ ਚਲਾਉਂਦੇ ਨੇ, ਪਹਿਲੇ ਵੈਰੀ ਦੇ ਸਰੀਰ ਨੂੰ ਪਾੜ ਕੇ ਉਹ ਪਾਰ ਨਿਕਲ ਜਾਂਦਾ ਹੈ। ਜੇਕਰ ਉਹਦੀ ਸੇਧ ਦੇ ਵਿੱਚ ਦੂਸਰਾ ਖੜਾ ਹੋਵੇ ਤੇ ਉਹਦੇ ਵਿੱਚ ਵੀ ਪਾਰ ਲੰਘ ਜਾਂਦਾ ਹੈ। ਜੋਦਾ ਕਹਿ ਤੁਰੰਗ ਹੋਏ ਕੋਏ, ਬੇਦਤ ਜਾਤ ਸਰਬ ਸਰ ਜੋਏ। ਕਵੀ ਜੀ ਲਿਖਦੇ ਨੇ ਭਾਵੇਂ ਕੋਈ ਸੂਰਮਾ ਯੋਧਾ ਹੋਵੇ ਤੇ ਭਾਵੇਂ ਘੋੜਾ ਹੋਵੇ, ਜਿੰਨੇ ਵੀ ਸੇਧ ਦੇ ਵਿੱਚ ਆ ਜਾਣ, ਤੀਰ ਸਾਰਿਆਂ ਨੂੰ ਮਾਰ ਦਿੰਦਾ। ਧਰ ਪਰ ਭਰੈ ਦੜਾ ਦੜ ਯੋਧੇ, ਦੇਖਤ ਮਹਾ ਤੁਰਕ ਗਨ ਕ੍ਰੋਧੇ। ਉਸ ਵੇਲੇ ਦੜਾ ਦੜ ਕਰਦੇ ਬਹੁਤੇ ਸਾਰੇ ਯੋਧੇ ਮਰ ਕੇ ਧਰਤੀ ਦੇ ਉੱਤੇ ਡਿੱਗ ਪਏ ਨੇ। ਦੇਖਿਆ ਹੈ ਤੁਰਕਾਂ ਨੇ ਤੇ ਬਹੁਤ ਹੀ ਜ਼ਿਆਦਾ ਮਨ ਦੇ ਵਿੱਚ ਕ੍ਰੋਧ ਪੈਦਾ ਹੋਇਆ। ਬੇਦਹ ਦੂਰ ਖਰੇ ਹੀ ਤੀਰ, ਮਾਰ ਮਾਰ ਕਿਉਂ ਮਰੋ ਨਾ ਵੀਰ। ਜਿਹੜਾ ਸਰਦਾਰ ਹੈ ਉਹ ਕਹਿੰਦਾ ਹੈ ਸਾਰਿਆਂ ਤੁਰਕਾਂ ਨੂੰ ਲਲਕਾਰ ਕੇ ਕਿ ਦੂਰ ਖੜੇ ਹੋ ਕੇ ਹੀ ਤੀਰਾਂ ਦਾ ਪ੍ਰਹਾਰ ਕਰਦਾ ਹੈ, ਤੁਸੀਂ ਅੱਗੇ ਵੱਧ ਕੇ ਮਾਰ ਕੇ ਕਿਸੇ ਨੂੰ ਕਿਉਂ ਨਹੀਂ ਮਰਦੇ। ਇਮ ਕਹਿ ਵਦੇ ਤੁਰਕ ਗਣ ਆਗੇ, ਧਰ ਜਵਾਲਾ ਬਮਣੀ ਰਸ ਜਾਗੇ। ਇਸ ਤਰ੍ਹਾਂ ਕਹਿ ਕੇ ਬਹੁਤੇ ਸਾਰੇ ਤੁਰਕ ਅੱਗੇ ਵਧੇ ਨੇ, ਜਿਨ੍ਹਾਂ ਨੇ ਗੁੱਸੇ ਦੇ ਨਾਲ ਬਹੁਤ ਸਾਰੀਆਂ ਬੰਦੂਕਾਂ ਦਾ ਵਾਰ ਕੀਤਾ। ਕੜਾ ਕੜੀ ਇੱਕ ਬਾਰ ਚਲਾਈ, ਗੁਰੂ ਦਲ ਪਰ ਗੁਲਕਾਂ ਬਰਖਾਈ। ਕੜਾ ਕਾੜ ਦੀ ਆਵਾਜ਼ ਦੇ ਨਾਲ ਬਹੁਤੀਆਂ ਬੰਦੂਕਾਂ ਇੱਕ ਸਮੇਂ ਹੀ ਚਲਾਈਆਂ ਗਈਆਂ ਨੇ। ਗੁਰੂ ਦਲ ਪਰ ਗੁਲਕਾਂ ਬਰਖਾਈ। ਗੁਰੂ ਦੇ ਦਲ ਦੇ ਉੱਤੇ, ਗੁਰੂ ਦੀ ਫੌਜ ਦੇ ਉੱਤੇ ਇਸ ਤਰੀਕੇ ਦੇ ਨਾਲ ਗੋਲੀਆਂ ਦੀ ਵਰਖਾ ਕੀਤੀ ਗਈ। ਜਬੈ ਲੱਗੀ ਸਿੱਖਣ ਤਨ ਗੋਰੀ, ਰਿਸ ਜਾਗੀ ਗਮਣੇ ਰਿਪਯੋਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਿੱਖਾਂ ਦੇ ਸਰੀਰਾਂ ਨੂੰ ਗੋਲੀਆਂ ਨੇ ਮਾਰਿਆ, ਉਸ ਵੇਲੇ ਜਿਹੜੇ ਬਚ ਕੇ ਰਹਿੰਦੇ ਸਨ, ਉਹਨਾਂ ਦੇ ਮਨ ਦੇ ਵਿੱਚ ਬੜਾ ਗੁੱਸਾ ਜਾਗਿਆ। ਦੋਏ ਦਲ ਮਿਲ ਗਏ ਮਾਰ ਸੁਮਾਚੀ, ਕਰਦਮ ਸ਼੍ਰੋਣ ਮਾਸ ਛਿਤ ਰਾਚੀ। ਕਵੀ ਜੀ ਲਿਖਦੇ ਨੇ ਕਿ ਦੋਵੇਂ ਦਲ ਇੱਕ ਦੂਜੇ ਦੇ ਨਾਲ ਜੁਟ ਗਏ ਨੇ, ਬਹੁਤੀ ਜ਼ਿਆਦਾ ਮਾਰ ਮਚ ਗਈ ਹੈ। ਕਰਦਮ ਸ਼੍ਰੋਣ ਮਾਸ ਛਿਤ ਰਾਚੀ, ਜਿਹੜੀ ਧਰਤੀ ਹੈ ਉਹ ਲਹੂ ਦੇ ਨਾਲ ਔਰ ਮਿੱਝ ਦੇ ਨਾਲ ਤੇ ਮਾਸ ਦੇ ਨਾਲ ਭਰ ਗਈ। ਗੇਰੇ ਛਿਨਕ ਮੈਂ ਸੁਪਾਟ ਹਜ਼ਾਰੋਂ, ਹਥਿਆਰਨ ਕੇ ਭਏ ਪ੍ਰਹਾਰੋਂ। ਇੱਕ ਖਿਣ ਦੇ ਵਿੱਚ ਹਜ਼ਾਰਾਂ ਹੀ ਜਿਹੜੇ ਸੂਰਬੀਰ ਯੋਧੇ ਨੇ ਉਹ ਰਣ ਭੂਮੀ ਦੇ ਵਿੱਚ ਡਿੱਗ ਪਏ ਨੇ, ਹਥਿਆਰਾਂ ਦਾ ਪ੍ਰਹਾਰ ਕਰਦੇ ਕਰਦੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਦੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
बजे जुझाऊ बहुत ही, जुटे सुपाट सो कटाक, कट काट चट पट बिकट जे, सट पट कै ना अटक। ग्रंथाकार भाई संतोख सिंह जी लिखते ने कि बहुत ही ज्यादा मारू वाजे वजे ने, दोवां पासियां दे योधे एक दूजे दे नाल जुट गए ने। कट कट झटपट बिकट से सटपट कै ना अटक। कहण तो भाव है कि जेड़े बिकट ने, भाव के बहादुर सूरमे हन जेड़े, वो भी सटपटा गए ने और झटपट कटावड होण लग पई है ते कोई भी ना अटकिया उस वेले। कह लग बरनो युद्ध को, भयो महाकम सान, प्रथम तो फंगण ते मरे, तुरकण को अवसान। ग्रंथाकार भाई संतोख सिंह जी लिखते ने, मैं किथों तक लिख के युद्ध दे इस वड्डे हाल नूं बयान करा। कमसान दा कवि जी लिखते ने, युद्ध मचिया है, पहला बंदूकां जिहड़ियां चलियां ने उन्हां ने तुरकां दे हौसलिਆਂ नूं ਢਾ ਦਿੱਤਾ। तिस काल मार पी कछुक ऐस, मर गए तुरक लखियत ना कैस। कवि जी लिखते ने कि उस वेले ऐसी कुछ मार मची है, मर गए तुरक लखियत ना कैस। किहड़े तरीके दे नाल इन्ने तुरक मारे गए ने कुछ पता नहीं लगता। कुछ रहे शेष तज जीवन आस, कायर भजंत तारे अदक त्रास। कुछ रह गए ने जेड़े के जीवन दी आस नूं छड्ड के लड़दे ने ते बाकी कायर हो के भजन दी चाह करदे ने, डर नूं धारण करके। पिख अबद लखां बिस्म्यो वशेष, किम मारी सैन रह अल्प शेष। उस वेले रण नूं वेख के अबदल खां बहुत ही ज्यादा हैरान होया कि मेरी इन्नी वड्डी सैना थोड़े समय दे विच किवें मारी गई। रण बिखै जीत यार जीवन आस, होए गो निराश पिख सकल नाश। ग्रंथाकार भाई संतोख सिंह जी लिखते ने कि रण भूमि दे विचों जितन दी ते जीउण दी आशा नूं हुण छड्ड दित्ता है अब्दुल खान ने। होए गो निराश, बहुत ज्यादा निराश हो गया। पिख सकल नाश, क्योंकि सारियां सूरमियां दा नाश वेखे। अब मारो जंग के समुख होए, कै हाथों गुरु निज दृष्ट जोए। उस वेले अब्दुल खान ने मन दे विच सोचा है कि हुण मैनूं चाहीदा है कि सामने जंग दे विच जाके मर जावां ते जां गुरु नूं जाके मार दें। नहीं थिरों दूर अब लेऊं देख, कि महत शस्त्र गुर पाव शेख। गुरु जो वड्डा बली हो गया है, किस तरह शस्त्र मारदा है, ये मैं जाके देखा। या फिर इस तुक दा एक होर अर्थ भी इस तरह लगता है कि मैं तक्कां तां सही कि गुरु शस्त्र चलावण दे विच किस तरीके दे नाल वड्डा हो गया। तेह संग चुटों में आप जाए, मोलरे बिना नहीं कोई पाए। अब्दुल खान ने सोचा है कि हुण मैं जाके गुरु दे नाल आप जंग लड़ा, मेरे तो बगैर कोई भी उपाय हुण बनना नहीं। गुर हाथ साथ मार हो लरंत, कैले उमार रण होए अंत। सोचदा है सूबा अब्दुल खान कि गुरु मेरे हथों मारिया जाएगा ते या फिर लड़दियां लड़दियां मेरा रण भूमि दे विच अंत हो जाएगा। इस बिद विचार मन कष्ट पाए, हित मरण चलियो सूबा गाए। इस तरीके दे नाल कवि जी लिखते ने कि मन दे विच विचार कीता है, मन बड़ा दुखी होया है सूबे दा, हित मरण चलियो सूबा गाए। कवि जी लिखते ने कि मानो सूबा अगे जाके मरण दे वास्ते चलिया।
जोग संग लीन खतरी बिलंद, एक करम चंद यार रतन चंद। उस वेले दो खतरी उसने अपने नाल लए ने, एक दा नां है करम चंद ते दूसरे दा नां है रतन चंद। कर बाम दाहने दोहन बीर, गुर समुख चलियो हुए के अपीर। कवि जी लिखते ने कि एक नूं खब्बे पासे कीता है, दूसरे नूं सज्जे पासे कीता है, ते गुरु दे सामने चलिया है अब्दुल खान सूबा बड़ा दलेर होके, बड़ा निडर होके उस वेले इस तरीके दे नाल वापरिया। लोथां विच मैदान दे रुलन पईयां, बेशुमार जख्मी मुसलमान डिठे। मर गए सरदार ते बड़े अफसर, थां थां ते होए नुकसान डिठे। कावां कुत्तियां गिद्दड़ां पाया रौला, चारों तरफ उदासी निशान डिठे। लहू मिजदा मचिया कान पारा, शाही सूर में होए बेजान डिठे। सिख मौत दा छड़ के ख्याल उका, लड़दे सख्ती नाल मैदान डिठे। पैंदे जिस पासे जाना तोड़ लड़दे, ते शहीदियां दे चावान डिठे। फौज मुसलमानी दिल छड़ बैठी, लड़दे सारे बचा के जान डिठे। गालां देन खतरेटियां ताई लगा, जदों होए नुकसान महान डिठे। बाकी फौज सारी ताई हुक्म दिता, हल्ला करो चढ़ आप जवान डिठे। आया विच मैदान करतार सिंगा, नहीं सन गुरां दे हाथे अजे खान डिठे। ग्रंथाकार करतार सिंह जी कलासवाली लिखते ने कि सूबा आप मैदाने जंग दे विच आया है, पर अजे तक उस खाने अब्दुल खाने सतगुरां दे हथ वेखे नहीं सन। बेदी याद सिख जेलर ते और, ताज सुपाट तुरक तिन संग ठौर। ग्रंथाकार भाई संतोख सिंह जी लिखते ने कि बिधि चंद ते होर जिहड़े सतगुरां दे सूरबीर योधे सन, एक होर तरफ लड़ रहे सन। ताज सुपाट तुरक तिन संग ठौर, तिन्ना नाल लड़न दे वास्ते उस वेले सतगुरु सच्चे पातशाह जी ने छड्या है, ते आप सतगुरु जी इकल्ले अगां वधे। तह ते सुटरियो गुरु जाहि थान, पहुंचो नवाब तह तुरत आन। कवि जी लिखते ने एक पासे सतगुरां ने अपने सूरमियां नूं पिछां छड्या है, अगां वधे ने। दूसरी तरफों जिहड़ा अब्दुल खान सूबा है, उन्हें भी सारियां नूं पिछां छड्या है, ते सतगुरु सच्चे पातशाह जी दे सामने पहुंचे। बहुरी दे तार गुर पिखन चाह, मर रहो के मारो जंग माह। अब्दुल खान दे हिरदे दे विच गुरु नूं वेखण दी बड़ी चाह सी। सोचदा है मन दे विच, या मैं गुरु नूं मार दांगा ते या फिर मर जावांगा। निज बल दिखाए ते देख लिऊं, कर हूं नबेर गुरु मार देऊं। सोचदा है अब्दुल खान अपना बल दिखावांगा ते दूसरे पासे गुरु दी ताकत नूं वेखांगा, मैं गुरु नूं नबेड़ दांगा या फिर निबड़ जावांगा, भाव मर जावांगा। इस बिद ठट कर आए गो, जह थित गुर भगवान। पिखन परस पर होत पा, लर बेचौंप महान। ग्रंथाकार भाई संतोख सिंह जी लिखते ने इस तरीके दे नाल दोवें एक दूजे दे सामने होए ने, परस्पर दोवां ने चौंप दे नाल एक दूजे नूं वेख्या। कवि जी अगले अध्याय दा प्रारंभ करदे ने। सन्मुख पायो नवाब जब, बहु सेना मरवाए। दृष्ट परस पर प्रेर तब, पिखे रूप दृग लाए।
कवि जी लिखते ने कि सामने होया है नवाब सतगुरु सच्चे पातशाह जी दे बहुत ही सारी सैना नूं मरवा के परस्पर एक दूजे दी नजरां एक दूजे दे नाल मिलियां। तिम दोनों खतरी चले आए गुर को हेर हृदय तप ताए। सूबा दे के सतगुरां नूं बड़ा क्रोध दे विच आया है। उसे तरीके दे नाल जेड़े दोवें खतरी ने ਉਹ भी अगे वधे ने, ਉਹ भी गुरु नूं देख के बड़े तपे बड़े सड़े। तीनों बिलोकत सतगुर बोले अबे काल पलटा पित कोले। करम चंद नूं ते रतन चंद नूं देख के सतगुरु सच्चे पातशाह जी ने वचन कीता। दोवां नूं कहंदे ने अबे काल, कहंदे ने हुणे ही समा है, पलटा पित कोले, आपो अपने प्योआं दा बदला लै लो, हुण समा बड़ा चंगा। इम कायर बन समुख ना आवो राची उपाद बड़ तुरक हनावो। क्योंकि इस गल का जिक्र आया है कि जदों दा भी युद्ध लड़िया जा रहा है उदों दा करमचंद ते रतन चंद अगे नहीं वधे। सूबे ने भी इस गल की झाड़ पाई है कि तुसीं मरण तो डरदे होए अगे नहीं वधदे। हुण सतगुरु जी ने उही वचन कीता है, कहंदे ने किम कायर बन समुख ना आवो, क्यों तुसीं कायर बन के सामने नहीं आउंदे। राची उपाद बड़ तुरक हनावो, वड्डी तुसीं उपाधि नूं पैदा कीता है कि सूबे नूं चढ़ा के लिआए हो और बहुतिया सारिया तुरकां नूं मरवा दिता। बैठ कचहरी बात बने है पित पलटा गुर ते हम लह। सतगुरु हरगोबिंद सच्चे पातशाह जी कहंदे ने कि सूबे दी कचहरी दे विच बह के तुसीं वड्डियां वड्डियां डींगा मारदे सी, गल्लां करदे सी कि अपने प्योआं दा बदला असीं गुरु नूं मार के लवांगे। तुम कह बे को महद ते कारू नहीं टिग होवत जंग मजारू। सतगुरु जी कहंदे ने कि जिहड़ियां गल्लां तुसीं कीतियां ने उन्हां गल्लां नूं तरकार है, 100 वारी लानत है कि सिर्फ गल्लां कीतियां ने ते सामने होके जुझारुआं दे वांग नहीं लड़े। सुन कर जरे जरे नहीं बैन रिश्ते कर लाल जुग नैन। ग्रंथाकार भाई संतोख सिंह जी लिखते ने जदों सतगुरां ने इस तरह के वचन कीते सुन के सतगुरां दे वचनां नूं सड़ गए ने, सहारा नहीं किया सतगुरां दे कीते होए वचनां नूं ते गुस्से दे नाल अखां दोवां दियां लाल हो गईयां। दोनों खतरी सैत नवाब चंचल करे तुरंग शिताब। दोवां खतरियां ने समेत सूबे दे अपने घोड़ियां नूं चंचल कीता शिताबी दे नाल काली दे नाल। टुके निकट गुर चाह समारा चांपण मैं कट बाण संचारा। टुके ने सारे दे सारे नेड़े आपो अपने धनशां दे विच उन्हां ने तीरां नूं पा लिया। ऐच ऐच तीनों बल पीन सतगुर सन्मुख छोरन कीन। खिच खिच के तिन्हां ने अपने तीरां दा सतगुरु हरगोबिंद सच्चे पातशाह जी दे उत्ते प्रहार कीता। श्री हरगोबिंद है चपलावे इत उत फेरत अंग बचावे। सतगुरु हरगोबिंद सच्चे पातशाह जी ने अपने चंचल घोड़े नूं इधर उधर कदा के उन्हां तिन्हां दे प्रहारां नूं बचा लिया। अपनो धनख कठोर संभारा खर खपरा तर गुण संचारा। इस तो बाद सतगुरु हरगोबिंद सच्चे पातशाह जी ने अपने कठोर भयानक धनुष नूं सांभिया है। एक खपरा तीर लैके सतगुरां ने उस दे विच पा लिया। तान कान लग मार सबाना गयो बेग जुत सरप समाना। सतगुरां ने खपरे तीर नूं धनुष दे विच जोड़िया है ते धनुष दी डोरी नूं कंन दे तक जोर दे नाल खिच के तीर छड्डिया है। गयो बेग जुत सरप समाना, सप दे वांग शूकदा होया तीर कमान दे विचों बाहर निकले। रतन चांद को ताक चलावा
सोहल गयो तुरंग को कावा। कवि जी लिखते ने कि रतन चंद नूं मारन दे वास्ते तक के उस दे वल तीर चलाया सी, पर रतन चंद हिल गया ते उहदे घोड़े नूं जाके तीर लगा। उछरत की छाती बिद गयो, पाछल दिशा पार सर पयो। घोड़ा उछलिया, ओदी घोड़े दी छाती दे विच जाके तीर वजा है ते लागे छाती वाले पास्यों पिछले पार वो निकल गया। गिरियो उथलिया सहेरत खरे, खान बाण की सिफती करे। उल्ट के उसे वेले घोड़ा थले डिग पिया है, घोड़े दे समेत रतन चंद भी थले डिग पिया है। खान बाण की सिफती करे। उस वेले जिहड़ा खान अब्दुल खान सी उसने गुरु दे चलाए हुए तीर दी सिफत कीती। मोह सर की ये ती नहीं मार, पारियो पार है को तर डार। अब्दुल खान स्वयं सतगुरां दे तीर दी सिफत करदा है कि मेरे तीर दे विच भी इन्नी ताकत नहीं है कि जेकर इस तरीके दे नाल घोड़े दे अगले पास्यों लगे ते वो दूसरे पासे निकल जाए। रतन चांद गिर पारियो संभारा, करम चंद तब पायो अगारा। रतन चंद थले डिग पिया, उन्हें छेती दे नाल अपने आप दी संभाल कीती ते खलोता। दूसरे पासे कवि जी लिखते ने करम चंद तब पायो अगारा, ते करम चंद उस वेले फिर अगे होया। हाथे ओ तीर गुर के है लागा, काव ग्रीम में गिरियो ना आगा। करमचंद ने तीर चलाया है जिहड़ा सतगुरु हरगोबिंद सच्चे पातशाह जी दे घोड़े दी धौण दे विच जा खुबिया है। घाव ते जरूर लगा घोड़े नूं, जख्म ते जरूर होया, पर कवि जी लिखते ने कि घोड़ा उस वेले डिग्गा ना। ऐच गुरु ने तीर निकारा, है छोरियो जिसमें बल पारा। सतगुरां ने अपने घोड़े दी गिच्ची दे विचों अपने हत्थ दे नाल तीर बाहर कढ़िया है ते फिर घोड़े नूं थोड़ा जा अगे चलाया, जिहड़ा घोड़ा बड़ा बल वाला है। प्रथम समान उठ्यो कर छाल, जात ग्रीव ते रुदर बेसाल। कवि जी लिखते ने कि भावें घोड़े दी गिच्ची दे विचों बड़ा लहू डुलदा है, पर तां भी पहिलां दी तरह वो उछलिया है छाल मार के। सत गुर के रिस उपजी महा, निज वाहन के श्रोणत लहा। कवि जी लिखते ने कि जदों अपने घोड़े दे विचों खून वहिंदा देखिया सतगुरां ने, उस वेले सतगुरां नूं होर भी ज्यादा क्रोध आया। तन खसिखांद तरियो तिस काला, ऐचो तूरन खड़ग कर राला। सतगुरां ने धनुष नूं फिर तो अपने मोढे ते टंग लिया है, अपने हत्थ दे विच तलवार नूं फड़िया। दड़ बढ़ाए घोड़ा तब छेरा, करम चंद को तत्छिन घेरा। सतगुरां ने अपने घोड़े नूं तेज कीता है ते जाके करम चंद नूं घेर लिया। दारन गुरु स्वरूप जब हेरा, जीवन ते निराश तिस बेरा। कवि जी लिखते ने कि जदों ही करम चंद ने सतगुरां दे भयानक स्वरूप नूं देखिया, अपने आप दे विच उन्हें जीवन तो निराशा धारण कर ली। प्रेर तुरंग सिपर गह हाथ, खेचो खड़ग कोप के साथ। सतगुरां ने अपने हत्थ दे विच ढाल नूं फड़िया है, दूसरे हत्थ दे विच तलवार नूं सांभिया है ते घोड़े नूं प्रेर के होर अगे गए। गुर ने फिर चौगिरद दबायो, जान्यो तबे काल नियर आयो। कवि जी लिखते ने कि गुरु ने घोड़े नूं फेर के मानो के चौगिरदा ही दबा लिया है, किसे पासे नूं जान नहीं देंदे। जान्यो तबे काल नियर आयो, उस वेले जानिया करम चंद ने कि हुण मेरा काल लागे आ गया। रतन चांद यार बाली नवाब, कीन सतिन ते पृथक शिताब। रतन चंद तो ते अब्दुल खान सूबे तो
ਉਸ ਕਰਮਚੰਦ ਨੂੰ ਪਹਿਲਾਂ ਹੀ ਕਾਲੀ ਦੇ ਨਾਲ ਉਹਨਾਂ ਨੇ ਵੱਖਰਾ ਕਰ ਲਿਆ। ਬਾਲ ਕਰ ਗੁਰ ਨੇ ਖੜਗ ਪ੍ਰਹਾਰਾ, ਕਰੀ ਸਿਪਰ ਆਗੇ ਤਿਸ ਬਾਰਾ। ਸਤਿਗੁਰਾਂ ਨੇ ਤਲਵਾਰ ਦਾ ਪ੍ਰਹਾਰ ਕੀਤਾ ਕਰਮਚੰਦ ਦੇ ਉੱਤੇ। ਕਰਮਚੰਦ ਨੇ ਅੱਗੋਂ ਢਾਲ ਕਰਕੇ ਉਸ ਵਾਰ ਨੂੰ ਬੇਅਸਰ ਕਰ ਦਿੱਤਾ। ਜਬੇ ਵਾਰ ਤੇ ਅੰਗ ਬਚਾਵਾ, ਤਬ ਤੁਰੰਗ ਸਿਰ ਕਾਟ ਗਿਰਾਵਾ। ਕਵੀ ਜੀ ਲਿਖਦੇ ਨੇ ਭਾਵੇਂ ਕਰਮਚੰਦ ਨੇ ਢਾਲ ਦੇ ਨਾਲ ਆਪਣਾ ਆਪ ਬਚਾ ਲਿਆ, ਪਰ ਉਸ ਵਾਰ ਤੋਂ ਕਰਮਚੰਦ ਦਾ ਘੋੜਾ ਬਚ ਨਹੀਂ ਸਕਿਆ। ਘੋੜੇ ਦਾ ਸਿਰ ਸਤਿਗੁਰਾਂ ਨੇ ਉਸ ਤਲਵਾਰ ਦੇ ਵਾਰ ਦੇ ਨਾਲ ਵੱਢ ਦਿੱਤਾ। ਗਿਰ ਕਰ ਕਰਮ ਚੰਦ ਹੋਏ ਖਰਿਓ, ਰਤਨ ਚੰਦ ਟਿਗ ਆਵਣ ਕਰਿਓ। ਜਦੋਂ ਘੋੜਾ ਡਿੱਗਾ, ਕਰਮਚੰਦ ਧਰਤੀ ਦੇ ਉੱਤੇ ਪੈਰਾਂ ਨੂੰ ਜਮਾ ਕੇ ਖਲੋ ਗਿਆ। ਇੰਨੇ ਚ ਉਹਨੂੰ ਰਤਨ ਚੰਦ ਵੀ ਫਿਰ ਤੋਂ ਅੱਗੇ ਆ ਗਏ। ਦੋਨੋਂ ਬਿਨ ਹੈ ਤੇ ਹੋਏ ਖਰੇ, ਪਿਖ ਨਵਾਬ ਆਇਓ ਰਿਸ ਧਰੇ। ਹੁਣ ਕਰਮਚੰਦ ਤੇ ਰਤਨ ਚੰਦ ਦੋਵਾਂ ਦੇ ਘੋੜੇ ਮਾਰੇ ਗਏ ਨੇ। ਉਹ ਧਰਤੀ ਦੇ ਉੱਤੇ ਖਲੋਤੇ ਨੇ ਪੈਰਾਂ ਨੂੰ ਜਮਾ ਕੇ। ਇੰਨੇ ਚਿਰ ਨੂੰ ਜਿਹੜਾ ਅਬਦੁਲ ਖਾਨ ਸੂਬਾ ਸੀ ਉਹ ਗੁੱਸੇ ਨੂੰ ਧਾਰਨ ਕਰਕੇ ਅੱਗੇ ਵਧੇ। तीनों तीर चलावत आगे, गुर तरंग के बहुते लागे। फिर तिन्ना ने इकट्ठे तीर चलाए ने। ਜਿਹੜੇ ਚੱਲੇ ਹੋਏ ਤੀਰ ਸਤਿਗੁਰਾਂ ਦੇ ਘੋੜੇ ਨੂੰ ਬਹੁਤ ਸਾਰੇ ਲੱਗੇ ਨੇ। ਅੰਗ ਅੰਗ ਬੀਧਿਓ ਜਿਸ ਕੇਰਾ, ਰਿਸ ਧਰ ਗੁਰ ਨਵਾਬ ਕੋ ਹੇਰਾ। ਤੀਰ ਚੱਲਣ ਦੇ ਨਾਲ ਘੋੜੇ ਦਾ ਮਾਨੋ ਕਿ ਅੰਗ ਅੰਗ ਉਹਨਾਂ ਤੀਰਾਂ ਦੇ ਨਾਲ ਵਿੰਨਿਆ ਗਿਆ ਹੈ। ਉਸ ਵੇਲੇ ਨਵਾਬ ਨੂੰ ਗੁੱਸੇ ਦੇ ਨਾਲ ਸਤਿਗੁਰਾਂ ਨੇ ਵੇਖਿਆ। ਖਰ ਖਪਰਾ ਤਨ ਐਂਚ ਚਲਾਇਓ, ਗਇਓ ਬੇਗ ਤੇ ਜਨ ਅਹੀ ਧਾਇਓ। ਖਪਰਾ ਤੀਰ ਸਤਿਗੁਰਾਂ ਨੇ ਧਨੁਸ਼ ਦੇ ਵਿੱਚ ਪਾ ਕੇ ਚਲਾਇਆ ਹੈ। ਕਵੀ ਜੀ ਲਿਖਦੇ ਨੇ ਗਇਓ ਬੇਗ ਤੇ ਜਨ ਅਹੀ ਧਾਇਓ। ਬਾਰ-ਬਾਰ ਕਵੀ ਜੀ ਇਸ ਗੱਲ ਦਾ ਪ੍ਰਮਾਣ ਦਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਸ਼ੂਕਦਾ ਹੋਇਆ ਤੀਰ ਜਾਂਦਾ ਹੈ ਜਿਵੇਂ ਕੋਈ ਸੱਪ ਸ਼ੂਕਦਾ ਹੋਇਆ ਜਾ ਰਿਹਾ ਹੋ। ਵਿਚਰਤ ਸੂਬੇ ਕੋ ਹੈ ਭਾਰਾ, ਲੱਗਿਓ ਜਾਏ ਤੇ ਭਾਲ ਮਜਾਰਾ। ਜਿਹੜਾ ਸੂਬੇ ਦਾ ਘੋੜਾ ਇੱਧਰ ਉੱਧਰ ਵਿਚਰਦਾ ਸੀ, ਬੜੀ ਚੰਚਲਤਾ ਦੇ ਨਾਲ ਉਸ ਘੋੜੇ ਦੇ ਮੱਥੇ ਦੇ ਵਿੱਚ ਜਾ ਕੇ ਤੀਰ ਖੁਬੇ। ਦਾੜੇ ਅਵਨੀ ਪਰ ਗਿਰਿਓ ਤੁਰੰਗ, ਖਰੋ ਨਵਾਬ ਸੰਭਾਰਿਓ ਅੰਗ। ਦੜ ਕਰਦਾ ਹੋਇਆ ਧਰਤੀ ਦੇ ਉੱਤੇ ਘੋੜਾ ਨਵਾਬ ਦਾ ਡਿੱਗ ਪਿਆ ਹੈ। ਉਸ ਵੇਲੇ ਆਪਣੇ ਅੰਗਾਂ ਨੂੰ ਸੰਭਾਲ ਕੇ ਧਰਤੀ ਦੇ ਉੱਤੇ ਅਬਦੁਲ ਖਾਨ ਖਲੋਤਾ। ਤਬ ਤੀਨੋਂ ਕੇ ਰਿਸ ਬਹੁ ਛਾਈ, ਚਹਿਤ ਗੁਰੂ ਕੋ ਹੈ ਦੇਖਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਤਿੰਨਾਂ ਦੇ ਘੋੜੇ ਸਤਿਗੁਰਾਂ ਨੇ ਮਾਰ ਦਿੱਤੇ ਨੇ। ਜ਼ਮੀਨ ਦੇ ਉੱਤੇ ਤਿੰਨੇ ਖਲੋਤੇ ਨੇ। ਹੁਣ ਉਹਨਾਂ ਦੇ ਮਨ ਦੇ ਵਿੱਚ ਬਹੁਤਾ ਜ਼ਿਆਦਾ ਇਸ ਗੱਲ ਦਾ ਰੋਹ ਆਇਆ ਹੈ ਕਿ ਗੁਰੂ ਦੇ ਘੋੜੇ ਨੂੰ ਮਾਰ ਕੇ ਇਹਨੂੰ ਵੀ ਥੱਲੇ ਉਤਾਰ ਲਈ। ਜੋਰ ਜੋਰ ਤੀਨੋਂ ਸਰ ਮਾਰੇ, ਬੀਦੇ ਅੰਗ ਤੁਰੰਗਮ ਸਾਰੇ। ਉਸ ਵੇਲੇ ਜੋੜ ਜੋੜ ਕੇ ਤੀਰ ਬਹੁਤੇ ਜ਼ਿਆਦਾ ਜ਼ੋਰ ਦੇ ਨਾਲ ਉਹਨਾਂ ਨੇ ਮਾਰੇ ਨੇ, ਜਿਨ੍ਹਾਂ ਚੱਲੇ ਹੋਏ ਤੀਰਾਂ ਨੇ ਘੋੜੇ ਨੂੰ ਬਹੁਤ ਬੁਰੀ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤਾ। ਤਬ ਤੀਨੋਂ ਤੇ ਛੁੱਟ ਕਰ ਤੀਰ, ਲਗੇ ਪਾਲ ਹੈ ਕੇ ਵੱਡ ਪੀਰ। ਦੁਬਾਰਾ ਫੇਰ ਤਿੰਨਾਂ ਨੇ ਤੀਰ ਚਲਾਏ ਨੇ, ਜਿਹੜੇ ਸਾਰੇ ਦੇ ਸਾਰੇ ਤੀਰ ਆਣ ਕੇ ਘੋੜੇ ਦੇ ਮੱਥੇ ਦੇ ਵਿੱਚ ਖੁੱਭ ਗਏ। ਗਿਰ ਧਰਨੀ ਪਰ ਸੁਰਗ ਸਿਧਾਰਾ, ਗੁਰ ਤਰ ਰਹਿਓ ਭਾਗ ਜਿਸ ਭਾਰਾ। ਕਵੀ ਜੀ ਲਿਖਦੇ ਨੇ ਇਸ ਤੋਂ ਬਾਅਦ ਫਿਰ ਸਤਿਗੁਰਾਂ ਦਾ ਘੋੜਾ ਮਰ ਕੇ ਧਰਤੀ ਦੇ ਉੱਤੇ ਡਿੱਗ ਗਿਆ ਹੈ, ਮਾਨੋ ਕਿ ਸਵਰਗਾਂ ਦੇ ਵਿੱਚ ਪਹੁੰਚਿਆ ਹੈ, ਕਿਉਂਕਿ ਗੁਰ ਤਰ ਰਹਿਓ ਭਾਗ ਜਿਸ ਭਾਰਾ। ਇਸ ਘੋੜੇ ਦੇ ਕਵੀ ਜੀ ਲਿਖਦੇ ਨੇ ਕਿ ਬਹੁਤ ਵੱਡੇ ਭਾਗ ਹੋਣਗੇ ਕਿ ਜਿਹੜਾ ਸਤਿਗੁਰਾਂ ਦੇ ਬਹੁਤਾ ਜ਼ਿਆਦਾ ਕੋਲ ਰਿਹਾ, ਸਤਿਗੁਰਾਂ ਦਾ ਸਾਥ ਦਿੰਦਾ ਦਿੰਦਾ ਜਿਹੜਾ ਮਰਿਆ। ਸ੍ਰੀ ਹਰਿ ਗੋਬਿੰਦ ਵੱਡ ਬਲ ਯੋਧਾ, ਪਦ ਕੇ ਪਾਰ ਖਰੋ ਉਰ ਕ੍ਰੋਧਾ। ਤੇ ਜਦੋਂ ਸਤਿਗੁਰਾਂ ਦਾ ਘੋੜਾ ਵੀ ਮਰ ਗਿਆ, ਫਿਰ ਸਤਿਗੁਰਾਂ ਨੇ ਆਪਣੇ ਚਰਨ ਕਮਲਾਂ ਦੇ ਉੱਤੇ ਆਪਣੇ ਸਰੀਰ ਦੇ ਭਾਰ ਨੂੰ ਚੱਲਿਆ ਹੈ ਤੇ ਕ੍ਰੋਧ ਨੂੰ ਧਾਰਨ ਕਰਕੇ ਅੱਗੇ ਵਧੇ। ਮਨੋ ਦਾਹਿਬੇ ਜਗਤ ਅਸ਼ੇਸ਼, ਬਣਿਓ ਰੁਦਰ ਕੋ ਹ੍ਰਿਦੈ ਵੇਖ।
ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਮਾਨੋ ਸਾਰੀ ਦੁਨੀਆ ਨੂੰ ਫਨਾ ਕਰਨ ਦੇ ਵਾਸਤੇ, ਸਾਰੀ ਦੁਨੀਆ ਨੂੰ ਸਾੜ ਦੇਣ ਦੇ ਵਾਸਤੇ ਜਿਵੇਂ ਸਤਿਗੁਰਾਂ ਨੇ ਰੁਦਰ ਦੇ ਸ਼ਿਵ ਜੀ ਦੇ ਸਰੂਪ ਨੂੰ ਧਾਰਨ ਕੀਤਾ ਹੋਵੇ, ਇਸ ਤਰ੍ਹਾਂ ਲੱਗਦਾ ਹੈ। ਕਿਉਂਕਿ ਵਿਦਵਾਨ ਇਸ ਗੱਲ ਨੂੰ ਮੰਨਦੇ ਨੇ ਕਿ ਜੇਕਰ ਸ੍ਰਿਸ਼ਟੀ ਦੀ ਸਿਰਜਣਾ ਅਕਾਲ ਪੁਰਖ ਦੇ ਹੁਕਮ ਦੇ ਦੁਆਰਾ ਬ੍ਰਹਮਾ ਜੀ ਕਰਦੇ ਨੇ, ਉਸੇ ਤਰੀਕੇ ਦੇ ਨਾਲ ਫਿਰ ਸੰਭਾਲ ਕਰਦੇ ਨੇ ਵਿਸ਼ਨੂੰ ਭਗਵਾਨ ਜੀ। ਤੇ ਵਿਦਵਾਨ ਇਸ ਗੱਲ ਨੂੰ ਮੰਨਦੇ ਨੇ ਕਿ ਜੇਕਰ ਦੁਨੀਆ ਨੂੰ ਫਨਾ ਕਰਨਾ ਹੋਵੇ, ਨਾਸ਼ ਕਰਨਾ ਹੋਵੇ, ਤੇ ਉਹ ਡਿਊਟੀ ਹੈ ਸ਼ਿਵ ਜੀ ਦੀ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੰਜ ਲਿਖਦੇ ਨੇ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਕਵੀ ਜੀ ਨੇ ਪ੍ਰਮਾਣ ਦਿੱਤਾ ਹੈ ਕਿ ਸ਼ਿਵ ਜੀ ਦੇ ਵਾਂਗ ਭਿਆਨਕ ਹੋ ਗਏ ਨੇ ਜਿਵੇਂ ਸਾਰੀ ਦੁਨੀਆ ਨੂੰ ਫਨਾ ਕਰ ਦੇਣਾ ਹੋਵੇ। ਇੰਨਾ ਜ਼ਿਆਦਾ ਸਤਿਗੁਰੂ ਜੀ ਉਸ ਵੇਲੇ ਰੋਹ ਦੇ ਵਿੱਚ ਆਏ। ਵਿਧੀ ਚੰਦ ਆਦਿਕ ਪਟ ਭਾਰੇ, ਲਾਰਤ ਤੁਰਕ ਕੁਛ ਅੰਤਰ ਤਾਰੇ। ਕਵੀ ਜੀ ਲਿਖਦੇ ਨੇ ਭਾਈ ਵਿਧੀ ਚੰਦ ਤੇ ਹੋਰ ਸਤਿਗੁਰਾਂ ਦੇ ਜਿਹੜੇ ਸੂਰਮੇ ਨੇ, ਉਹ ਸਤਿਗੁਰਾਂ ਤੋਂ ਥੋੜਾ ਦੂਰ ਅੰਤਰ ਨੂੰ ਧਾਰਨ ਕਰਕੇ ਲੜ ਰਹੇ ਸਨ, ਭਾਵ ਕਿ ਸਤਿਗੁਰਾਂ ਦੇ ਲਾਗੇ ਹੋਰ ਕੋਈ ਨਹੀਂ ਸੀ। ਲਖਿਓ ਨ ਗੁਰ ਕੋ ਹੈ ਮਰ ਗਇਓ, ਰੁਕੇ ਤਿਸੀ ਦਿਸ਼ ਰਣ ਬਹੁ ਕੀਓ। ਕਵੀ ਜੀ ਲਿਖਦੇ ਨੇ ਇਸ ਗੱਲ ਨੂੰ ਕੋਈ ਵੀ ਸਮਝ ਨਹੀਂ ਸਕਿਆ ਕਿ ਸਤਿਗੁਰੂ ਜੀ ਬਹੁਤ ਅੱਗੇ ਵੱਧ ਗਏ ਨੇ। ਇਸ ਤੋਂ ਇਲਾਵਾ ਕਿਸੇ ਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਗੁਰੂ ਜੀ ਦਾ ਘੋੜਾ ਮਰ ਗਿਆ ਹੈ। ਰੁਕੇ ਤਿਸੀ ਦਿਸ਼ ਰਣ ਬਹੁ ਕਹੇ, ਆਪਣੇ ਰਣ ਦੇ ਵਿੱਚ, ਯੁੱਧ ਦੇ ਵਿੱਚ ਸਾਰੇ ਦੇ ਸਾਰੇ ਰੁੱਝੇ ਰਹੇ, ਕਿਸੇ ਨੇ ਵੀ ਸਤਿਗੁਰਾਂ ਦਾ ਧਿਆਨ ਨਾ ਦਿੱਤਾ। ਕੁਛ ਕ ਤਿਮਰ ਜਗ ਪਸਰਨ ਲਾਗਿਓ, ਅਥਿਓ ਸੂਰ ਸੂਰਨ ਰਿਸ ਜਾਗਿਓ। ਇੰਨੇ ਚਿਰ ਨੂੰ ਥੋੜਾ ਥੋੜਾ ਜਿਹੜਾ ਹਨੇਰਾ ਹੈ ਉਹ ਪਸਰਨ ਲੱਗਾ ਸੀ, ਫੈਲਣ ਲੱਗਾ ਸੀ। ਅਥਿਓ ਸੂਰ ਸੂਰਨ ਰਿਸ ਜਾਗਿਓ, ਸੂਰਜ ਅਸਤ ਹੋ ਰਿਹਾ ਸੀ ਤੇ ਸੂਰਮਿਆਂ ਦੇ ਮਨ ਦੇ ਵਿੱਚ ਗੁੱਸਾ ਵੱਧ ਰਿਹਾ ਸੀ। ਉਤ ਨਵਾਬ ਜੁਤ ਚਾਹਤ ਸਾਰੇ, ਨਿਸਤੇ ਪ੍ਰਥਮ ਲੇਹ ਗੁਰ ਮਾਰੇ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਅਬਦੁਲ ਖਾਨ ਸੂਬੇ ਦੇ ਸਮੇਤ ਸਾਰੇ ਚਾਹੁੰਦੇ ਨੇ ਕਿ ਰਾਤ ਪਹਿਲਾਂ ਹੋਣ ਤੋਂ ਗੁਰੂ ਨੂੰ ਮਾਰ ਦਿੱਤਾ ਜਾਵੇ। ਇਤ ਸਤ ਗੁਰ ਔਰ ਇਹ ਅਭਿਲਾਸਾ, ਪ੍ਰਥਮ ਤਿਮਰ ਤੇ ਰਿਪਨ ਬਨਾਸ਼ਾ। ਕਵੀ ਜੀ ਲਿਖਦੇ ਨੇ ਜਿਵੇਂ ਤੁਰਕਾਂ ਦੇ ਮਨ ਦੇ ਵਿੱਚ ਇਹ ਚਾਹ ਹੈ ਕਿ ਹਨੇਰਾ ਹੋਣ ਤੋਂ ਪਹਿਲਾਂ ਗੁਰੂ ਨੂੰ ਮਾਰ ਦਿੱਤਾ ਜਾਵੇ, ਇਸੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਮਨ ਦੇ ਵਿੱਚ ਵੀ ਇਹੀ ਲਾਲਸਾ ਹੈ ਕਿ ਹਨੇਰਾ ਹੋਣ ਤੋਂ ਪਹਿਲਾਂ ਮੈਂ ਆਪਣੇ ਵੈਰੀਆਂ ਦਾ ਨਾਸ਼ ਕਰ ਦਿਆਂ। ਹੱਥ ਕੈ ਛਤਰ ਚਿੰਤ ਕੋ ਖੋਏ, ਰਹਿਣ ਬਿਖੇ ਸੁਖ ਸੋ ਪੁਨ ਸੋਏ। ਸਤਿਗੁਰੂ ਜੀ ਮਨ ਦੇ ਵਿੱਚ ਸੋਚਦੇ ਨੇ ਕਿ ਰਾਤ ਹੋਣ ਤੋਂ ਪਹਿਲਾਂ ਵੈਰੀਆਂ ਨੂੰ ਮਾਰ ਕੇ ਚਿੰਤਾ ਤੋਂ ਰਹਿਤ ਹੋ ਜਾਈਏ ਤੇ ਫਿਰ ਰਾਤ ਨੂੰ ਆਰਾਮ ਦੇ ਨਾਲ ਸੌਵਾਂਗੇ। ਦੋਹਨਨ ਕੀ ਸੈਨਾ ਯੁਤ ਲੜੈ, ਸ਼ਸਤਰ ਪਹਾਰਤ ਮਾਰੈ ਮਰੈ। ਕਵੀ ਜੀ ਲਿਖਦੇ ਨੇ ਕਿ ਦੋਵਾਂ ਧਿਰਾਂ ਦੀ ਸੈਨਾ ਦੂਸਰੇ ਪਾਸੇ ਲੜਦੀ ਜਾ ਰਹੀ ਹੈ, ਸ਼ਸਤਰਾਂ ਦਾ ਪ੍ਰਹਾਰ ਕਰਕੇ ਮਰਦੀ ਹੈ ਜਾਂ ਮਾਰਦੀ। ਇਤ ਸੈਨਾ ਕੇ ਮੁਖ ਸਿਰਦਾਰ, ਮਾਚੋ ਜੰਗ ਮਹਾ ਬਿਕਰਾਰ। ਤੇ ਦੂਸਰੇ ਪਾਸੇ ਸੈਨਾ ਦੇ ਮੁਖੀ ਸਰਦਾਰ ਨੇ ਮਾਚਿਓ ਜੰਗ ਮਹਾ ਬਿਕਰਾਰ, ਦੂਸਰੇ ਪਾਸੇ ਭਿਆਨਕ ਦਾ ਜੰਗ ਮਚਿਆ ਹੋਇਆ। ਤਬ ਤੀਨੋਂ ਨੇ ਹਿਰਦੈ ਵਿਚਾਰੇ, ਮਿਲੇ ਆਪਸ ਮੈਂ ਬਾਕ ਉਚਾਰੇ। ਉਸ ਵੇਲੇ ਤਿੰਨਾਂ ਨੇ ਇੱਕ ਦੂਜੇ ਦੇ ਨਾਲ ਵਿਚਾਰ ਕੀਤੀ ਹੈ, ਆਪਸ ਦੇ ਵਿੱਚ ਮਿਲ ਕੇ ਇਸ ਤਰੀਕੇ ਦੇ ਨਾਲ ਕਹਿੰਦੇ ਨੇ। ਕਰਨੀ ਬਿਲਮ ਨਾ ਆਛੀ ਹਮੈ, ਗੁਰ ਇੱਕ ਹਮ ਤੀਨੋਂ ਇਹ ਸਮੇਂ। ਆਪਸ ਦੇ ਵਿੱਚ ਸਲਾਹ ਕਰਦੇ ਨੇ ਕਿ ਸਾਨੂੰ ਹੁਣ ਜ਼ਿਆਦਾ ਦੇਰ ਨਹੀਂ ਲਾਉਣੀ ਚਾਹੀਦੀ, ਕਿਉਂਕਿ ਗੁਰੂ ਤੇ ਇੱਕ ਹੈ ਤੇ ਦੂਸਰੇ ਪਾਸੇ ਉਹਦੇ ਮੁਕਾਬਲੇ ਦੇ ਵਾਸਤੇ ਅਸੀਂ ਤਿੰਨ ਹਾਂ। ਕਰੋ ਨੇਰ ਕੋ ਖੜਗ ਪਰਹਾਰੋ, ਗੁਰ ਕੇ ਅੰਗ ਤੁਰਤ ਕਟ ਡਾਰੋ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਨੇੜਾ ਕਰੀਏ ਗੁਰੂ ਦਾ ਤੇ ਤਲਵਾਰਾਂ ਦਾ ਪ੍ਰਹਾਰ ਕਰੀਏ ਤੇ ਗੁਰੂ ਦੇ ਅੰਗਾਂ ਨੂੰ ਛੇਤੀ ਦੇ ਨਾਲ ਹੀ ਕੱਟ ਦੇਈਏ। ਨਾਹਿ ਤਾਂ ਘੇਰ ਗਹੋ ਗੁਰ ਜੀਵਤ, ਤਬ ਮੁਰਾਦ ਪੂਰਨ ਤੁਮ ਥੀਵਤ। ਇੱਕ ਜਣਾ ਕਹਿੰਦਾ ਹੈ ਕਿ ਜਾਂ ਤੇ ਘੇਰਾ ਪਾ ਕੇ ਤੇ ਗੁਰੂ ਨੂੰ ਮਾਰ ਦਈਏ, ਤੇ ਜੇਕਰ ਬਲ ਚੱਲਦਾ ਹੈ ਸਾਡਾ ਤਿੰਨਾਂ ਦਾ ਤੇ ਫਿਰ ਜਾਂ ਗੁਰੂ ਨੂੰ ਜਿਉਂਦਿਆਂ ਹੀ ਫੜ ਲਈਏ, ਜੇਕਰ ਜਿਉਂਦਿਆਂ ਵੀ ਫੜ ਲਵਾਂਗੇ ਤਾਂ ਵੀ ਸਾਡੀ ਮੁਰਾਦ ਪੂਰੀ ਹੋ ਜਾਏਗੀ।
रतन चांद ते सोने मकान, गमन्यो सूबा बन सावधान। ਇਹ ਗੱਲ ਕਵੀ ਜੀ ਲਿਖਦੇ ਨੇ ਕਿ ਰਤਨ ਚੰਦ ਨੇ ਆਖੀ ਹੈ। ਰਤਨ ਚੰਦ ਤੋਂ ਸੁਣ ਕੇ ਗੱਲ ਫਿਰ ਸੂਬਾ ਸਾਵਧਾਨ ਹੋਇਆ। ਦੋਨੋਂ ਖੱਤਰੀ ਲੈ ਨਿਜ ਸਾਥ ਭਏ ਅਗਰ ਗਹਿ ਢਾਲਣ ਹਾਥ। ਦੋਵਾਂ ਖੱਤਰੀਆਂ ਨੂੰ ਨਾਲ ਲੈ ਕੇ ਸੂਬਾ ਸਤਿਗੁਰਾਂ ਦੇ ਵੱਲ ਅੱਗੇ ਵਧਿਆ ਹੈ। ਢਾਲਾਂ ਨੂੰ ਫੜ ਕੇ ਅੱਗੇ ਹੋਏ ਨੇ। ਨਿਕਟ ਆਣ ਗੁਰ ਕੋ ਬੰਗਾਰਿਓ, ਤੈ ਬਹੁ ਲਸ਼ਕਰ ਤੁਰਕਨ ਮਾਰਿਓ। ਲਾਗੇ ਆਣ ਕੇ ਫਿਰ ਅਬਦੁਲ ਖਾਨ ਸੂਬੇ ਨੇ ਸਤਿਗੁਰਾਂ ਨੂੰ ਵੰਗਾਰਿਆ। ਕਹਿੰਦਾ ਤੈਂ ਬਹੁ ਲਸ਼ਕਰ ਤੁਰਕਨ ਮਾਰਿਓ, ਹੇ ਗੁਰੂ ਤੂੰ ਬਹੁਤੇ ਸਾਰੇ ਤੁਰਕਾਂ ਦੇ ਲਸ਼ਕਰ ਨੂੰ ਮਾਰ ਦਿੱਤਾ। ਪ੍ਰਥਮ ਛਿਨਾਏ ਬਾਜ ਕੋ ਆਨਾ, ਨਹੀਂ ਸ਼ਾਹ ਤੇ ਡਰ ਔਰ ਮਾਨਾ। ਇਸ ਤੋਂ ਇਲਾਵਾ ਸੂਬਾ ਕਹਿੰਦਾ ਕਿ ਬਾਦਸ਼ਾਹ ਦੇ ਬਾਜ ਨੂੰ ਖੋ ਕੇ ਤੂੰ ਲੈ ਆਇਆ, ਤੂੰ ਬਾਦਸ਼ਾਹ ਦਾ ਵੀ ਮਨ ਦੇ ਵਿੱਚ ਰਤਾ ਡਰ ਧਾਰਨ ਨਹੀਂ ਕੀਤਾ। ਕਹਿੰਦਾ ਅਬ ਵੀ ਨਿਰਪੈ ਕਾਰਜ ਕੀਨਾ, ਕਰਿਓ ਯੁੱਧ ਕੁਛ ਬਲ ਨਹੀਂ ਚੀਨਾ। ਹੁਣ ਵੀ ਤੂੰ ਬਹੁਤ ਜ਼ਿਆਦਾ ਨਿਡਰਤਾ ਵਿਖਾਈ ਹੈ, ਨਿਡਰਤਾ ਦਾ ਕੰਮ ਕੀਤਾ ਹੈ ਕਿ ਵੱਡਾ ਯੁੱਧ ਲੜਿਆ ਹੈ। ਕਰਿਓ ਯੁੱਧ ਕੁਛ ਬਲ ਨਹੀਂ ਚੀਨਾ। ਕਹਿੰਦਾ ਗੁਰੂ ਤੂੰ ਯੁੱਧ ਤੇ ਬੜਾ ਵੱਡਾ ਕੀਤਾ, ਪਰ ਅਜੇ ਤੱਕ ਸਾਡੇ ਬਲ ਨੂੰ, ਸਾਡੀ ਤਾਕਤ ਨੂੰ ਤੂੰ ਨਹੀਂ ਵੇਖ। ਕਾਨੇ ਸੁਪਟ ਕੇ ਪ੍ਰਾਣ ਬੇਦਾਰੇ, ਅਬ ਆਇਓ ਹੈ ਅਗਰ ਹਮਾਰੇ। ਬਹੁਤੇ ਸਾਰੇ ਯੋਧਿਆਂ ਦਾ ਨਾਸ ਕਰਕੇ ਹੁਣ ਤੂੰ ਸਾਡੇ ਸਾਹਮਣੇ ਆਣ ਕੇ ਖਲੋਤਾ ਹੈ। ਲੈ ਸਭ ਕੋ ਪਲਟਾ ਤੁਵ ਮਾਰ, ਤਬ ਸੁਬਤੈਂਗੇ ਲਾਤ ਪਸਾਰ। ਅਬਦੁਲ ਖਾਨ ਸੂਬਾ ਕਹਿੰਦਾ ਹੈ ਕਿ ਸਾਰਿਆਂ ਮਰੇ ਹੋਏ ਯੋਧਿਆਂ ਦਾ ਬਦਲਾ ਲੈ ਕੇ ਤੈਨੂੰ ਮਾਰ ਕੇ ਫਿਰ ਅਸੀਂ ਅੱਜ ਦੀ ਰਾਤ ਲੱਤਾਂ ਪਸਾਰ ਕੇ ਆਰਾਮ ਦੇ ਨਾਲ ਸੌਵਾਂਗੇ। ਸੁਣ ਕਰ ਬੋਲੇ ਸਤਿਗੁਰ ਸਾਚੇ, ਅਰੇ ਮੂੜ ਕਿਆ ਕਹਿ ਮਹਿ ਕਾਚੇ। ਜਦੋਂ ਸੂਬੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਸੱਚੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਨੇ, ਕਹਿੰਦੇ ਨੇ ਅਰੇ ਮੂੜ ਕਿਆ ਕਹਿ ਮਤ ਕਾਚੇ। ਹੇ ਮੂਰਖ ਮਤ ਵਾਲਿਆ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ। ਕਹਿੰਦੇ ਨੇ ਪ੍ਰਥਮ ਮਰੇ ਤਿਨ ਪਲਟਾ ਲੇਤ, ਅਬ ਤੂੰ ਮਰ ਜਾਹੈਂ ਰਣ ਖੇਤ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲੇ ਮਰਿਆ ਹੋਇਆਂ ਦਾ ਬਦਲਾ ਲੈਣ ਦੇ ਵਾਸਤੇ ਅੱਗੇ ਆਇਆ ਹੈ, ਅਬ ਤੂੰ ਮਰ ਜਾਹੈਂ ਰਣ ਖੇਤ। ਪਰ ਤੂੰ ਬਦਲਾ ਲੈ ਨਹੀਂ ਸਕੇਗਾ, ਉਦੋਂ ਪਹਿਲਾਂ ਹੀ ਮਰ ਜਾਏਗਾ। ਕੋ ਪਲਟਾ ਲੈ ਹੈ ਪੁਨ ਤੇਰੇ, ਦ્વੈ ਸੁਤ ਸੋ ਮਰਵਾਏ ਅਗੇਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਹਿਲੇ ਮਰੇ ਹੋਇਆਂ ਦਾ ਬਦਲਾ ਲੈਣ ਦੇ ਵਾਸਤੇ ਤੂੰ ਸਾਹਮਣੇ ਆਇਆ ਹੈ, ਤੇ ਜਦੋਂ ਤੂੰ ਮਰ ਜਾਏਗਾ ਗੁਰੂ ਜੀ ਕਹਿੰਦੇ ਨੇ ਤੇਰਾ ਬਦਲਾ ਲੈਣ ਦੇ ਵਾਸਤੇ ਫਿਰ ਕੌਣ ਸਾਹਮਣੇ ਆਵੇਗਾ, ਕਿਉਂਕਿ ਦ્વੈ ਸੁਤ ਸੋ ਮਰਵਾਏ ਅਗੇਰੇ। ਬਦਲਾ ਲੈਣ ਵਾਲੇ ਤੇਰੇ ਦੋ ਪੁੱਤਰ ਸਨ, ਉਹ ਤੇ ਪਹਿਲਾਂ ਹੀ ਮਰ ਗਏ ਨੇ। ਜਿਸ ਮਗ ਮੈਂ ਅਗਲੇ ਚੱਲ ਗਏ, ਸੋ ਨਹੀਂ ਬੰਦ ਪਾਇਓ ਪ੍ਰਗਟਏ। ਸਤਿਗੁਰੂ ਜੀ ਕਹਿੰਦੇ ਨੇ ਕਿ ਮਰ ਕੇ ਜਿਹੜੇ ਰਸਤੇ ਰਾਹੀਂ ਤੇਰੇ ਬਾਕੀ ਦੇ ਸਾਥੀ ਗਏ ਨੇ, ਉਹ ਰਸਤਾ ਅਜੇ ਬੰਦ ਨਹੀਂ ਹੋਇਆ, ਉਹ ਤੇ ਰਸਤਾ ਅਜੇ ਤੇਰੇ ਜਾਣ ਦੇ ਵਾਸਤੇ ਵੀ ਖੁੱਲਾ ਹੀ। ਤੁਰ ਕਣ ਜਾਰਾਂ ਯੋ ਖੇਰ ਨਹਾਰ, ਮੁਝ ਕੋ ਜਾਨੋ ਬਲੀ ਉਦਾਰ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਰਕਾਂ ਦੀਆਂ ਜੜਾਂ ਨੂੰ ਪੁੱਟਣ ਵਾਲਾ ਮੈਨੂੰ ਤੂੰ ਬਲੀ ਯੋਧਾ ਸਮਝ ਲੈ। ਤੁਮ ਤੀਨੋ ਮੈਂ ਏਕਲ ਖਰੋ, ਲਰੋ ਮਰੋ ਕੁਛ ਤਰਾਸ ਨਾ ਤਰੋ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਵੇਂ ਤੁਸੀਂ ਤਿੰਨ ਹੋ ਤੇ ਮੁਕਾਬਲੇ ਦੇ ਵਿੱਚ ਮੈਂ ਇਕੱਲਾ ਖਲੋਤਾ ਹਾਂ, ਪਰ ਤਾਂ ਵੀ ਤੁਸੀਂ ਲੜੋ, ਮਰੋ ਜਾਂ ਮਾਰੋ, ਡਰੋ ਨਾ। ਆਵੇ ਇਹ ਜੋਧ ਮੂੜ ਉਪਜਾਇਓ, ਸਨੇ ਸਨੇ ਜਗ ਮੇ ਵਧ ਜਾਇਓ। ਸਤਿਗੁਰੂ ਜੀ ਕਹਿੰਦੇ ਨੇ ਇਹ ਕੋਈ ਪਹਿਲਾ ਯੁੱਧ ਨਹੀਂ ਹੈ, ਮਾਨੋ ਕਿ ਅਜੇ ਤੇ ਜੰਗਾਂ ਯੁੱਧਾਂ ਦੀ ਸ਼ੁਰੂਆਤ ਹੀ ਹੋਈ ਹੈ, ਇਸ ਤੋਂ ਬਾਅਦ ਵੀ ਬਹੁਤ ਸਾਰੇ ਯੁੱਧ ਲੜੇ ਜਾਣਗੇ। ਹਮਰੇ ਸਿੱਖ ਸਦਾ ਬਲ ਸੰਗ, ਤੁਰਕਨ ਸਾਥ ਕਰੈ ਵੱਡ ਜੰਗ। ਸਾਡੇ ਜਿਹੜੇ ਸਿੱਖ ਨੇ ਉਹ ਸਦਾ ਬਲ ਦੇ ਨਾਲ, ਤਾਕਤ ਦੇ ਨਾਲ ਤੁਰਕਾਂ ਦੇ ਨਾਲ ਜੰਗ ਲੜਦੇ ਰਹਿਣਗੇ ਲੰਮੇ ਸਮੇਂ ਤੱਕ। ਛੀਨ ਰਾਜ ਤੇਜ ਹਮ ਸਾਰੇ, ਕਹਾਂ ਬਾਜ ਕੀ ਬਾਤ ਉਚਾਰੇ।
ਅਬਦੁਲ ਖਾਨ ਸੂਬੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਬਾਦਸ਼ਾਹ ਦੇ ਬਾਜ ਦੀ ਕੀ ਗੱਲ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੇ ਬਾਜ ਨਹੀਂ ਖੋਇਆ, ਉਹਨਾਂ ਦਾ ਰਾਜ ਵੀ ਖੋਣਾ। ਅਬਦੁਲ ਖਾਨ ਦਿਖਾਵਨ ਹੇਤ ਕਰਮ ਚੰਦ ਹੋਏ ਸਨਮੁਖ ਖੇਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅਬਦੁਲ ਖਾਨ ਨੂੰ ਦਿਖਾਉਣ ਦੇ ਵਾਸਤੇ ਕਰਮ ਚੰਦ ਫਿਰ ਸਾਹਮਣੇ ਹੋਇਆ ਹੈ ਸਤਿਗੁਰਾਂ ਦੇ। ਢਾਲ ਖੜਗ ਦੋਨੋਂ ਕਰ ਧਾਰੇ, ਫਾਂਦ ਚਰਨ ਸੋ ਗੁਰੂ ਲਲਕਾਰੇ। ਢਾਲ ਨੂੰ ਤੇ ਤਲਵਾਰ ਨੂੰ, ਦੋਵਾਂ ਚੀਜ਼ਾਂ ਨੂੰ ਕਰਮ ਚੰਦ ਨੇ ਸਾਂਭਿਆ ਹੈ ਤੇ ਛਾਲ ਮਾਰ ਕੇ ਸਤਿਗੁਰਾਂ ਨੂੰ ਅੱਗੇ ਜਾ ਕੇ ਉਹਨੇ ਲਲਕਾਰਿਆ। ਬਣ ਸੁਚੇ ਤੇ ਅਬ ਮੈਂ ਤੁਝ ਮਾਰੋ, ਪਿਤ ਹੱਥ ਕੋਰਨ ਸਕਲ ਉਤਾਰੋ। ਲਲਕਾਰਾ ਮਾਰ ਕੇ ਕਰਮਚੰਦ ਕਹਿੰਦਾ ਗੁਰੂ ਸੁਚੇਤ ਹੋ ਜਾ, ਮੈਂ ਤੈਨੂੰ ਹੁਣ ਮਾਰਾਂਗਾ, ਆਪਣੇ ਪਿਓ ਦਾ ਜਿਹੜਾ ਬਦਲਾ ਹੈ ਨਾ ਉਹ ਤੇਰੇ ਤੋਂ ਪੂਰਾ ਕਰਾਂਗਾ। ਚੰਦੂ ਕੋ ਸੁਤ ਮੋਕੋ ਜਾਨ, ਪਿਤ ਪਲਟੇਤ ਤੁਮ ਕੀਆ ਹਾਨ। ਕਰਮਚੰਦ ਕਹਿੰਦਾ ਕਿ ਮੈਂ ਚੰਦੂ ਦਾ ਸੁਪੁੱਤਰ ਹਾਂ ਔਰ ਜਿਵੇਂ ਤੂੰ ਆਪਣੇ ਪਿਓ ਦਾ ਬਦਲਾ ਪੂਰਾ ਕਰਨ ਦੇ ਵਾਸਤੇ ਮੇਰੇ ਪਿਓ ਨੂੰ ਮਾਰਿਆ ਹੈ, ਉਸੇ ਤਰੀਕੇ ਦੇ ਨਾਲ ਮੈਂ ਆਪਣੇ ਪਿਓ ਦਾ ਬਦਲਾ ਤੈਨੂੰ ਮਾਰ ਕੇ ਪੂਰਾ ਕਰਾਂਗਾ। ਤੈਸੀ ਬਣੀ ਬਾਤ ਮੋਹ ਆਏ, ਐਸੋ ਸਮੋ ਨਹੀਂ ਕਬ ਪਾਏ। ਮੇਰੇ ਵਾਸਤੇ ਬੜੀ ਚੰਗੀ ਗੱਲ ਬਣ ਕੇ ਆ ਗਈ ਹੈ, ਤੂੰ ਮੇਰੇ ਪਿਓ ਨੂੰ ਮਾਰ ਕੇ ਆਪਣੇ ਪਿਓ ਦਾ ਬਦਲਾ ਪੂਰਾ ਕੀਤਾ ਸੀ। ਕਹਿੰਦਾ ਹੁਣ ਮੈਂ ਤੈਨੂੰ ਮਾਰ ਕੇ ਆਪਣੇ ਪਿਓ ਦਾ ਬਦਲਾ ਲਵਾਂਗਾ। ਐਸੋ ਸਮੋ ਨਹੀਂ ਕਬ ਪਾਏ, ਇਸ ਤੋਂ ਚੰਗਾ ਸਮਾਂ ਕਰਮਚੰਦ ਕਹਿੰਦਾ ਹੋਰ ਮੈਨੂੰ ਕਦੇ ਨਹੀਂ ਮਿਲਣਾ। ਕਰਤ ਪ੍ਰਤੀਖਣ ਪ੍ਰਾਪਤ ਹੋਵਾ, ਇਮ ਕਹਿ ਉਚਰਤ ਕੋ ਗੁਰ ਜੋਵਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਕਰਮਚੰਦ ਨੇ ਸਤਿਗੁਰਾਂ ਨੂੰ ਵੰਗਾਰਿਆ ਹੈ। ਕਹਿੰਦਾ ਬੜਾ ਚੰਗਾ ਮੌਕਾ ਮਿਲ ਗਿਆ ਹੈ। ਇਮ ਕਹਿ ਉਚਰਤ ਕੇ ਗੁਰ ਜੋਵਾ, ਇਸ ਤਰ੍ਹਾਂ ਕਹਿ ਕੇ ਛਾਲ ਮਾਰੀ ਤੇ ਸਤਿਗੁਰਾਂ ਨੇ ਉਸ ਨੂੰ ਵੇਖਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਜਬੈ ਚੰਦੂ ਨੰਦਨ ਗਇਓ, ਗੁਰ ਕੇ ਸਨਮੁਖ ਆਏ। ਰਤਨ ਚੰਦ ਸੂਬਾ ਦੋ ਆਏ, ਤਿਸ ਪਿਛਵਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਚੰਦੂ ਦਾ ਪੁੱਤਰ ਕਰਮਚੰਦ ਸਤਿਗੁਰਾਂ ਦੇ ਸਾਹਮਣੇ ਗਿਆ ਹੈ, ਉਸ ਵੇਲੇ ਰਤਨ ਚੰਦ ਤੇ ਸੂਬਾ ਉਹਦੇ ਪਿੱਛੇ ਪਿੱਛੇ ਅਗਾਂਹ ਵਧੇ। ਖੜਗਿਓ ਬਾਰ ਗੁਰੂ ਪਰ ਆਇਓ, ਕਰ ਬਾਹਣ ਬਲ ਤਵੈ ਚਲਾਇਓ। ਤਲਵਾਰ ਨੂੰ ਉੱਚਾ ਚੁੱਕ ਕੇ ਗੁਰੂ ਦੇ ਉੱਤੇ ਵਾਰ ਕਰਨ ਦੇ ਵਾਸਤੇ ਬਾਹਾਂ ਨੂੰ ਲਾਰ ਕੇ ਕਰਮਚੰਦ ਆਇਆ। ਸਿਰ ਪਰ ਆਵਤ ਵਾਰ ਨਿਹਾਰਾ, ਸਤਿਗੁਰ ਢਾਲਾ ਤੁਰਤ ਸੰਭਾਰਾ। ਸਿਰ ਦੇ ਉੱਤੇ ਜਦੋਂ ਵਾਰ ਨੂੰ ਆਉਂਦਾ ਦੇਖਿਆ, ਉਸ ਵੇਲੇ ਸਤਿਗੁਰਾਂ ਨੇ ਆਪਣੀ ਢਾਲ ਨੂੰ ਸੰਭਾਲਿਆ। ਲਿਓ ਵਾਰ ਤੇ ਰੋਕਿਓ ਆਗਾ, ਫੂਲਣ ਲਾਗ ਚਿਣਗ ਜਨ ਜਾਗਾ। ਆਪਣੀ ਢਾਲ ਦੇ ਉੱਤੇ ਕਰਮਚੰਦ ਦੇ ਕੀਤੇ ਹੋਏ ਵਾਰ ਨੂੰ ਸਤਿਗੁਰਾਂ ਨੇ ਰੋਕਿਆ ਹੈ। ਕਵੀ ਜੀ ਲਿਖਦੇ ਨੇ ਕਿ ਢਾਲ ਦੇ ਉੱਤੇ ਜਿਹੜੇ ਫੁੱਲ ਲੱਗੇ ਹੁੰਦੇ ਨੇ, ਉਹਨਾਂ ਦੇ ਵਿੱਚ ਕਰਮਚੰਦ ਦੀ ਤਲਵਾਰ ਲੱਗੀ ਹੈ, ਜਿਸ ਤਲਵਾਰ ਦੇ ਲੱਗਣ ਦੇ ਨਾਲ ਬਹੁਤ ਸਾਰੇ ਚੰਗਿਆੜੇ ਨਿਕਲੇ। ਪੁਨ ਸਤਿਗੁਰ ਕੁਛ ਫਾਂਦਨ ਕਰਕੇ, ਬਾਮ ਹਾਥ ਤੇ ਬਲ ਸੰਭਰ ਕੇ। ਉਸ ਵੇਲੇ ਸਤਿਗੁਰੂ ਜੀ ਥੋੜਾ ਅੱਗੇ ਦੌੜੇ ਨੇ, ਬਾਮ ਹਾਥ ਤੇ ਬਲ ਸੰਭਰ ਕੇ ਖੱਬੇ ਹੱਥ ਦੇ ਨਾਲ ਬਲ ਨੂੰ ਸੰਭਾਲਿਆ। ਦੂਸਰ ਵਾਰ ਪ੍ਰਹਾਰਤ ਜਾਨਾ, ਹਤੀ ਬਦਨ ਪਰ ਸਿਪਰ ਮਹਾਨਾ। ਜਿੰਨੇ ਚਿਰ ਨੂੰ ਸਤਿਗੁਰੂ ਜੀ ਅੱਗੇ ਵਧੇ ਨੇ, ਇੰਨੇ ਚਿਰ ਨੂੰ ਕਰਮਚੰਦ ਨੇ ਤਲਵਾਰ ਦਾ ਦੂਸਰਾ ਵਾਰ ਕਰ ਦਿੱਤਾ। ਹਤੀ ਬਦਨ ਪਰ ਸਿਪਰ ਮਹਾਨਾ, ਪਰ ਕਹਿੰਦੇ ਨੇ ਕਿ ਸਤਿਗੁਰਾਂ ਨੇ ਨਾਲੇ ਤੇ ਵਾਰ ਨੂੰ ਰੋਕਿਆ ਤੇ ਨਾਲੇ ਜ਼ੋਰ ਦੇ ਨਾਲ ਉਹ ਜਿਹੜੀ ਢਾਲ ਸੀ ਨਾ, ਉਹ ਕਰਮਚੰਦ ਦੇ ਮੂੰਹ ਦੇ ਉੱਤੇ ਮਾਰੀ। ਗੇਰਿਓ ਧਰਾ ਪਰ ਮੁਰਛਾ ਪਾਈ, ਕੋ ਸਹਿ ਸਕੈ ਥਿਰੈ ਅਗੁਵਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੂੰਹ ਦੇ ਉੱਤੇ ਜ਼ੋਰ ਦੇ ਨਾਲ ਜਦੋਂ ਢਾਲ ਵੱਜੀ ਹੈ ਤੇ ਬੇਹੋਸ਼ ਹੋ ਕੇ ਧਰਤੀ ਦੇ ਉੱਤੇ ਡਿੱਗ ਪਿਆ। ਕੋ ਸਹਿ ਸਕੈ ਥਿਰੈ ਅਗਵਾਈ। ਕਵੀ ਜੀ ਲਿਖਦੇ ਨੇ ਕਿ ਕੌਣ ਸਹਾਰ ਸਕਦਾ ਹੈ ਸਤਿਗੁਰਾਂ ਦੇ ਐਸੇ ਵਾਰ ਨੂੰ। ਸੂਬੇ ਤਾਣਿਆ
गुरु जी खले कले, सने खतरियां झट ताया जी। ऐन मौके उत्ते तिन्ने आन पहुंचे, कहंदे रब ने कम बनाया जी। वैरी कला साडे काबू आए गया, बड़ा हौसला वेख वधाया जी। सतगुरां ने वेख्या आए वैरी, हाथ तनख गंडीव ते पाया जी। सावधान होके आप खड़े हो गए, करम चंद अगां वध आया जी। कहंदा लवांगा अज मैं वैर प्यो दा, सच्चे रब सबब है लाया जी। तुसी विच मैदान दे मारे जावो, हस सतगुरां अगों जताया जी। तुहाडे वैर पिछों साथों लहू केड़ा, ताना तीर ओदी छाती लाया जी। करम चंद ने पैंतला बदल दे ही, खंडा सतगुरां दे उत्ते वाहिया जी। सतगुरु जी वार बचा गए, ओनू मार के ढाल गिराया जी। करमचंद नूं ते ढाल मार के सतगुरां ने बेहोश कर दिता। ते दूसरे पासे रतन चंद दा की होया, कवि जी ने उसनूं इस तरह लिखिया। रतन चंद दिड़ दूजी ओर, खड़ गयो बाहर आए कर जोर। हुण करमचंद ते बेहोश होके धरती दे उत्ते डिग पिया है। इस तो बाद फिर रतन चंद दूसरे पास्यों तलवार नूं साम के अगे आया। नट जिम फांद ध्यान चलायो, गुर टर बाएं वार बचायो। छाल मारदा होया रतन चंद अगे वधिया है, तलवार दा वार कीता है ते सतगुरां ने खब्बे पासे होके वार तो बचा कीता। ऊपर को उछरत पुण आवा, दुतिया वार को चैत चलावा। उछल के उपरले पासे फिर रतन चंद आया है, दुतिये वार को चैत चलावा, अपना दूसरा वार करना चाहता है। तावद शीघ्र तार गुर साचा, कांड कंवर ते हथस तमाचा। उसे वेले सतगुरु हरगोबिंद सच्चे पातशाह जी ने शीघ्रता नूं धारण कीता, अपने कमर कसे दे विचों तमंचा कट के उस दा वार कीता। तमंचा आख्या जांदा है पिस्तौल नूं। ग्रंथाकार भाई संतोख सिंह जी ने इस गल का बयान किया है। इस तो इलावा भाई कान सिंह जी नाभा ने जरा महान कुछ लिखा है। जदों मैं तमंचे का उत्थे अर्थ वेख्या, उन्होंने इसे तरीके दे नाल लिखिया होया है कि तमंचा पिस्तौल नूं आख्या जांदा है। भाई कान सिंह जी नाभा ने हूबहू यही जिहड़ी तुक है ना सूरज प्रकाश दी, उसे नूं लिखिया उत्थे इसे तरीके दे नाल लिखिया है काड़ कमर ते हथस तमाचा, कि कमर दे विचों कढ के उस वेले तमंचा मारिया, भाव के पिस्तौल दा वार कीता उस रतन चंद दे उत्ते सतगुरु हरगोबिंद सच्चे पातशाह जी ने। किसी वलायत ते सिख लियायो, बचै ना क्यों हो जेह नर खायो। ग्रंथाकार भाई संतोख सिंह जी लिखते ने कि वलायत दे विचों किसी बाहरले देश दे विचों किसी सिख ने ये जिहड़ा पिस्तौल है ना, ये सतगुरां नूं भेटा कीता सी। बचै ना क्यों हो जेह नर खायो, इहदे वार तो कवि जी लिखते ने कि कोई बच नहीं सकता। रतन चांद के लागस छाती, उछरत ऊंचे अवन पपाती। रतन चंद दी छाती दे विच पिस्तौल दी गोली वजी है। उछरे ऊंचे अवन पपाती, उसे वेले उच्ची उछल के डिग पिया है। कवि जी लिखते ने कि उच्चा उछल के धरती दे उस वेले रतन चंद डिग पिया। उगलत श्रोणत बदन पसारे, प्राण गए नहीं हाय उचारे। उसे वेले मर के रतन चंद धरती दे उत्ते डिग पिया है। मूंह दे विचों भी खून निकलन लग पिया है। प्राण गए नहीं हाय उचारे। ग्रंथाकार भाई संतोख सिंह जी लिखते ने कि प्राण उसदे निकल गए ने, पर रतन चंद दे मूंह दे विचों हाय दा शब्द भी निकल नहीं सकिया। इस तरीके दे नाल उस वेले रतन चंद दी मौत हुई। रतन चंद दा की होया, कवि जी ने उसनूं इस तरह लिखिया। जुटे विच मैदान दे वांग अर्जन, शस्त्र विद्या हुनर कमाया जी। आपो अपने
दाव चलाउंदे रहे, जोर घट ना किसे ने लाया जी। ओ तां मुरछा खाए के डिग पिया, रतन चंद दो तारा चलाया जी। सतगुरां ने ढाल ते बोच लिया, ओदे सिर ते वार तकाया जी। अख फरक नू पहला ही कर टेरी, ओनू खाक दे नाल मिलाया जी। साथी डिगे दोए वेख नवाब डरिया, उस पिछा नू भजना चाया जी। इस तरीके दे नाल उस वेले सतगुरु हरगोबिंद सच्चे पातशाह जी ने रतन चंद नू मार दिता ते दूसरे पासे करमचंद नू ढाल दा वार करके बेहोश कर दिता। सो साध संगत जी, समय दी समाप्ति है। कल नू ग्रंथाकार भाई संतोख सिंह जी जिस तरीके दे नाल इस अगले इतिहास नू अगे बयान करनगे, मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इन्नियां ही अर्जां करदा होया मैं इत्थे ही कथा नू विश्राम दे के सारी साध संगत तो खिमा दा याचक। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास। हे संगी हे निरंकार, हे निर्गुण सब टेक। हे गोविंद हे गुण निदान, जाके सदा विवेक। हे अपरंपर हर हरे, है पी होवन हार। हे संतः कै सदा संग, ने धारा आधार। हे ठाकुर हो दास रो, मैं निर्गुण गुण नहीं कोय। नानक दीजै नाम दान, राखो ही है परोय। याही कुल ते प्रगट होय, ताही कुल को नाम। पुन द्वादश गोरिंद कहो, मेरी है प्रणाम।